ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਚੈਨਲ ਤਰਤਲ ਕਾਇ ਵਿੱਚ ਸਵਾਗਤ ਹੈ। ਅਧਿਆਤਮਕ ਗਿਆਨ ਦੇ ਸਿਖਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸਕ ਸਫ਼ਰ ਵੀ ਵਿਰਾਟ ਅਤੇ ਵਿਸ਼ਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਸਥਾਪਨਾ ਦਾ ਮਕਸਦ ਵੀ ਉੱਚ ਮਿਆਰੀ ਅਤੇ ਸਦੀਵੀ ਹੈ। ਅਨੰਤ ਕਾਲ ਤੱਕ ਜਦ ਤੱਕ ਸ੍ਰਿਸ਼ਟੀ ਤੇ ਜੀਵਨ ਦਾ ਅੰਸ਼ ਹੋਵੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਮਨੁੱਖੀ ਜੀਵਨ ਨੂੰ ਗਿਆਨ ਅਤੇ ਸੁਚੱਜੇ ਜੀਵਨ ਜਾਪਣ ਦੀ ਸੇਧ ਲਈ ਪ੍ਰੇਰਿਤ ਕਰਦੀ ਰਹੇਗੀ। ਗੁਰਬਾਣੀ ਰੂਪੀ ਰੋਸ਼ਨੀ ਜ਼ਿੰਦਗੀ ਦੇ ਹਰ ਪੜਾਅ ਤੇ ਮਨੁੱਖ ਨੂੰ ਡੂੰਘੇ ਤੇ ਗਹਿਰੇ ਅਨੁਭਵਾਂ ਨਾਲ ਸਹਿਜ ਦਾ ਅਹਿਸਾਸ ਕਰਾਉਂਦੀ ਰਹੇਗੀ। 1 ਸਤੰਬਰ 1604 ਦੇ ਅੰਮ੍ਰਿਤ ਵੇਲੇ ਜਦ ਬਾਬਾ ਬੁੱਢਾ ਜੀ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤਾਂ ਸਮੁੱਚੀ ਕਾਇਨਾਤ ਲਈ ਉਮੀਦ ਦੀ ਨਵੀਂ ਕਿਰਨ ਆਣ ਦਸਤਕ ਦਿੱਤੀ। ਅਧਿਆਤਮਕ ਬਿਹਬਲਤਾ ਨੂੰ ਇੱਕ ਕਿਨਾਰਾ ਮਿਲ ਗਿਆ, ਤਾਂਘ ਲੋਚ ਅਤੇ ਉਤਾਵਲੇਪਨ ਨੂੰ ਇੱਕ ਠਾਹਰ ਤੇ ਧਰਵਾਸ ਮਿਲ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੁਝ ਸਧਾਰਨ ਕਿਤਾਬ ਜਾਂ ਲਿਖਤ ਨਹੀਂ ਸੀ, ਇਹ ਅਦਭੁਤ ਸੰਕਲਪ ਵੀ ਸੀ, ਵਿਧੀ ਅਤੇ ਵਿਧਾਨ ਦਾ ਸੁਚੇਤ ਅਤੇ ਨਿਰਣਾਇਕ ਫੈਸਲਾ ਵੀ। ਜਦ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੂਰਵ ਗੁਰੂਆਂ ਤੇ ਆਪਣੀ ਬਾਣੀ ਨੂੰ ਲਿਖਤ ਵਿੱਚ ਸਾਂਭਣ ਦਾ ਯਤਨ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਗ੍ਰੰਥ ਨੂੰ ਸਰਬ ਸਾਂਝੀਵਾਲਤਾ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ। 1604 ਵਿੱਚ ਪ੍ਰਕਾਸ਼ ਕੀਤੇ ਗਏ ਆਦਿ ਗ੍ਰੰਥ ਵਿੱਚ ਆਪਣੇ ਸਮੇਤ 5 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਸਿੱਖਾਂ ਦੀ ਬਾਣੀ ਨੂੰ ਸ਼ਾਮਲ ਕਰਨ ਦਾ ਨਿਰਣਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਮੁੱਢਲੇ ਪੜਾਅ ਤੇ ਹੀ ਇਹ ਚਰਚਾ ਚਾਰਾਂ ਦਿਸ਼ਾਵਾਂ ਵਿੱਚ ਚੱਲ ਨਿਕਲੀ ਕਿ ਗੁਰੂ ਅਰਜਨ ਦੇਵ ਜੀ ਇੱਕ ਐਸੇ ਗ੍ਰੰਥ ਦੀ ਸਥਾਪਨਾ ਕਰ ਰਹੇ ਹਨ ਜੋ ਭਵ ਸਾਗਰ ਨੂੰ ਪਾਰ ਕਰਨ ਲਈ ਜਹਾਜ਼ ਰੂਪੀ ਬਾਣੀ ਤੇ ਆਧਾਰਿਤ ਹੋਵੇਗਾ। ਇਹ ਗ੍ਰੰਥ ਪਹਿਲਾਂ ਤੋਂ ਪੜ੍ਹੇ ਤੇ ਮੰਨੇ ਜਾ ਰਹੇ ਵੇਦ ਪੁਰਾਣਾ ਆਦਿ ਤੋਂ ਵੱਖਰਾ ਤੇ ਸਰਲ ਹੋਵੇਗਾ, ਜੋ ਸਮਸਤ ਮਾਨਵਤਾ ਦੇ ਉਧਾਰ ਵਿੱਚ ਸਹਾਈ ਹੋਵੇਗਾ। ਇਸੇ ਦੌਰਾਨ ਸਾਈਂ ਬੁੱਲੇ ਸ਼ਾਹ ਦਾ ਮੁਰਸ਼ਦ ਸ਼ਾਹ ਇਨਾਇਤ ਅਤੇ ਪ੍ਰਸਿੱਧ ਸੂਫੀ ਲਿਖਾਰੀ ਪੀਲੂ ਨੇ ਵੀ ਗੁਰੂ ਸਾਹਿਬ ਤੱਕ ਪਹੁੰਚ ਕੀਤੀ। ਅੰਮ੍ਰਿਤਸਰ ਪਹੁੰਚ ਕੇ ਗੁਰੂ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਬਣਾਉਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਸੁਣਿਆ ਤੇ ਸਲਾਹਿਆ ਵੀ, ਪਰ ਇਹ ਕਹਿ ਕੇ ਇਹਨਾਂ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਲਿਖਤਾਂ ਅਧਿਆਤਮਕ ਪੱਧਰ ਦੀਆਂ ਨਹੀਂ ਹਨ। ਆਪ ਜੀ ਦੀਆਂ ਰਚਨਾਵਾਂ ਜੀਵਨ ਦੇ ਕਈ ਪੱਖਾਂ ਤੋਂ ਉੱਚ ਕੋਟੀ ਦੀਆਂ ਹੋ ਸਕਦੀਆਂ ਹਨ, ਪਰ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਇਹਨਾਂ ਦਾ ਪੱਧਰ ਨਿਗੂਣਾ ਅਤੇ ਸਤਹੀ ਹੀ ਹੈ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧਰਮ, ਜਾਤ, ਕੌਮ ਅਤੇ ਭਾਸ਼ਾ ਦੀ ਬੰਦਿਸ਼ ਨਹੀਂ ਹੋਏਗੀ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਪੰਜਾਬੀ ਹੈ, ਪਰ ਪੰਜਾਬੀ ਤੋਂ ਇਲਾਵਾ ਹਿੰਦੀ, ਸੰਸਕ੍ਰਿਤ, ਭੋਜਪੁਰੀ, ਮਰਾਠੀ, ਬੰਗਾਲੀ, ਅਵਧੀ ਅਤੇ ਸਿੰਧੀ ਆਦਿ ਭਾਸ਼ਾਵਾਂ ਵਿੱਚ ਬਾਣੀ ਦਰਜ ਹੈ। ਚੌਥੇ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਾਈ ਪ੍ਰਿਥੀ ਚੰਦ ਬਾਰ-ਬਾਰ ਗੁਰੂ ਘਰ ਅਤੇ ਗੁਰਮਰਿਆਦਾ ਵਿੱਚ ਦਖਲਅੰਦਾਜ਼ੀ ਕਰ ਰਿਹਾ ਸੀ। ਆਪਣੇ ਪੁੱਤਰ ਮਿਹਰਬਾਨ ਨਾਲ ਮਿਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਵਿੱਚ ਰੁੱਝ ਗਿਆ। ਉਸਨੇ ਆਪ ਵੀ ਕੁਝ ਲਿਖਤਾਂ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਗੁਰਬਾਣੀ ਕਹਿਣ ਦਾ ਦੁঃਸਾਹਸ ਕੀਤਾ ਤਾਂ ਗੁਰੂ ਅਰਜਨ ਦੇਵ ਜੀ ਨੇ ਭਵਿੱਖ ਦੀਆਂ ਚੁਣੌਤੀਆਂ ਨੂੰ ਭਾਂਪ ਲਿਆ। ਜਾਣ ਗਏ, ਸਮਝ ਗਏ ਕਿ ਜੇ ਗੁਰਬਾਣੀ ਦੀ ਪਵਿੱਤਰਤਾ, ਸਨਮਾਨ, ਵਿਰਾਸਤ ਅਤੇ ਮੂਲ ਭਾਵਨਾ ਨੂੰ ਕਾਇਮ ਰੱਖਣਾ ਹੈ ਤਾਂ ਕੋਈ ਵਿਸ਼ੇਸ਼ ਉਪਰਾਲਾ ਕਰਨਾ ਹੋਵੇਗਾ। ਸੋ ਸਾਜ਼ਿਸ਼ੀ ਘਟਨਾਵਾਂ ਦੇ ਚਲਦਿਆਂ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਨੂੰ ਇੱਕ ਵੱਡੇ ਗ੍ਰੰਥ ਵਿੱਚ ਕਲਮਬੱਧ ਕਰਨ ਦਾ ਨਿਸ਼ਚਾ ਕੀਤਾ। ਜਦ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਇਕੱਤਰ ਹੋ ਗਈ ਤਾਂ ਇਸ ਨੂੰ ਸੰਭਾਲਣ ਤੇ ਮਿਲਾਵਟ ਤੋਂ ਬਚਾਉਣ ਲਈ ਇੱਕ ਲੰਬੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਸ਼ਬਦ ਰੂਪੀ ਬਾਣੀ ਦੀ ਰਾਗਾਂ ਵਿੱਚ ਵੰਡ ਕੀਤੀ ਗਈ। ਸਾਰੀ ਬਾਣੀ 31 ਰਾਗਾਂ ਤੇ ਆਧਾਰਿਤ ਹੈ ਤੇ ਕੁਝ ਉਪਰਾਗਾਂ ਤੇ ਵੀ, ਜਿਵੇਂ ਗੌੜੀ, ਦੀਪਕੀ, ਮਾਰੂ ਦੱਖਣੇ, ਗੌੜੀ ਪੂਰਵੀ, ਬਸੰਤ, ਹੰਡੋਲ ਆਦਿ। ਇੱਕ ਪੰਕਤੀ ਵਾਲੇ ਸ਼ਬਦ, ਇੱਕ ਤੁਕੇ, ਦੋ ਤੁਕੇ, ਤਿਤੁਕੀ, ਚੌਪਦੇ, ਪੰਜਪਦਾ ਤੇ ਅਸ਼ਟਪਦੀਆਂ ਨੂੰ ਅਲੱਗ-ਅਲੱਗ ਕੀਤਾ ਗਿਆ। ਭਗਤਾਂ ਦੀ ਬਾਣੀ ਨਾਲ ਉਹਨਾਂ ਦੇ ਨਾਮਾਂ ਨੂੰ ਜੋੜੀ ਰੱਖਿਆ, ਪਰ ਗੁਰੂ ਨਾਨਕ ਤੋਂ ਬਾਅਦ ਦੇ 4 ਗੁਰੂ ਸਾਹਿਬਾਨ ਨੂੰ ਗੁਰੂ ਨਾਨਕ ਦੀ ਹੀ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਜੋਤ ਵਜੋਂ ਜਾਣਿਆ ਅਤੇ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ ਤੇ ਪੰਜਵੇਂ ਨੂੰ ਬਾਣੀ ਦੇ ਰਚੇਤਾ ਦੀ ਪਹਿਚਾਣ ਦਿੱਤੀ। ਰਾਗ ਅਤੇ ਕੀਰਤਨ ਆਧਾਰਿਤ ਬਾਣੀ ਨੂੰ ਸ਼ਬਦ ਰਾਹੀਂ ਤਾਲਾਂ ਦਾ ਵੀ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ 'ਚ 1 ਤੋਂ ਲੈ ਕੇ 17 ਤੱਕ ਘਰ ਦਾ ਜ਼ਿਕਰ ਹੈ। ਲਿਖਤਾਂ ਵਿੱਚ 17 ਦੀ ਲੰਬਾਈ ਅਤੇ ਪੰਨੇ ਤੇ ਕੁੱਲ ਪੰਕਤੀਆਂ ਦੀ ਬੰਦਸ਼ਾਂ ਵੀ ਲਾਗੂ ਕੀਤੀਆਂ ਗਈਆਂ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਅੰਗ ਤੇ 19 ਪੰਕਤੀਆਂ ਹਨ। ਕੁੱਲ 26,852 ਪੰਕਤੀਆਂ ਹਨ। ਕੁੱਲ ਅੱਖਰਾਂ ਦੀ ਗਿਣਤੀ 3,98,697 ਹੈ। ਹੁਣ ਸ਼ਬਦਾਂ ਵਿੱਚ ਸ਼ਲੋਕ, ਪੌੜੀ, ਛੰਤ, ਵਾਰਾਂ ਅਤੇ ਘੋੜੀਆਂ ਆਦਿ ਦੀ ਸ਼ਨਾਖਤ ਕੀਤੀ ਗਈ। ਬਾਬਰ ਬਾਣੀ, ਸੋਹਿਲਾ, 12ਵਾਂ, ਸੁਖਮਨੀ, ਅਲਾਣੀਆਂ ਅਤੇ 52 ਅੱਖਰੀ ਜੀਆਂ ਬਾਣੀਆਂ ਨੂੰ ਵੱਖਰੇ ਤੌਰ ਤੇ ਦਰਸਾਇਆ। ਤਮਾਮ ਉੱਚ ਸਾਵਧਾਨੀਆਂ ਤੇ ਬਰੀਕੀਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ। ਬਾਣੀ ਵਿੱਚ ਮਿਲਾਵਟ ਨੂੰ ਰੋਕਣ ਲਈ ਸਖਤ ਮਾਪਦੰਡ ਅਪਣਾਏ ਗਏ। ਬਾਣੀ ਦੀ ਸੁਰੱਖਿਆ ਅਤੇ ਸ਼ੁੱਧਤਾ ਦੇ ਲਈ ਇੰਨੀ ਗੰਭੀਰਤਾ ਦਿਖਾਈ ਗਈ ਕਿ ਹਰ ਸ਼ਬਦ ਦੇ ਬਾਅਦ ਸ਼ਬਦ ਵੇਰਵਾ ਅਤੇ ਹਰ ਰਾਗ ਦੇ ਅੰਤ ਵਿੱਚ ਕੁੱਲ ਸ਼ਬਦਾਂ ਦਾ ਵਰਣਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਗਿਆ। ਇੱਕ ਓਂਕਾਰ, ਮੂਲ ਮੰਤਰ, ਚਰਨ ਮੰਗਲਾ, ਜਪ ਦੇ ਪਾਠ ਤੋਂ ਬਾਅਦ 100 ਦਰ, 100 ਘਰ ਤੇ 100
ਪੁਰਖ ਰਾਹੀਂ ਈਸ਼ਵਰ ਨੂੰ ਅਲੰਕਿਤ ਕੀਤਾ ਗਿਆ। ਸੋਹਿਲਾ ਅਤੇ ਆਰਤੀ ਦੇ ਪਾਠ ਤੋਂ ਬਾਅਦ 14ਵੇਂ ਅੰਕ ਤੇ ਸ਼੍ਰੀ ਰਾਗ ਦੀ ਆਰੰਭਤਾ ਹੁੰਦੀ ਹੈ, ਜੋ ਸਿਲਸਿਲੇਵਾਰ 31 ਰਾਗਾਂ ਵਿੱਚ ਸਮੋਈ ਹੋਈ ਹੈ। ਸਭ ਤੋਂ ਵਧੇਕ ਬਾਣੀ ਗੌੜੀ ਰਾਗ ਵਿੱਚ ਹੈ, ਜੋ ਕਰੀਬ 196 ਪੰਨਿਆਂ ਤੇ ਦਰਜ ਹੈ, ਤੇ ਸਭ ਤੋਂ ਸੰਖੇਪ ਆਖਰੀ ਰਾਗ ਜੈਜਾਵੰਤੀ, ਜੋ ਕੇਵਲ ਇੱਕ ਪੰਨੇ ਤੇ ਹੈ। ਸਭ ਤੋਂ ਵਧੇਕ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ, ਕੁੱਲ ਸ਼ਬਦ 2213, ਅਤੇ ਸਭ ਤੋਂ ਘੱਟ ਗੁਰੂ ਅੰਗਦ ਦੇਵ ਜੀ ਕਰੀਬ 62 ਸ਼ਬਦ। ਭਗਤ ਸਾਹਿਬਾਨ ਵਿੱਚ ਸਭ ਤੋਂ ਵਧੇਕ ਬਾਣੀ ਸੰਤ ਕਬੀਰ ਜੀ, ਕੁੱਲ 541 ਸ਼ਬਦ ਅਤੇ ਸ਼ਲੋਕ, ਅਤੇ ਸੰਤ ਪਰਮਾਨੰਦ, ਰਾਮਾਨੰਦ ਪਾਜੀ, ਸੈਣ ਜੀ ਅਤੇ ਸੰਤ ਸਦਨਾ ਜੀ ਦੀ ਹਾਜ਼ਰੀ ਇੱਕ ਸ਼ਬਦ ਤੱਕ ਸੀਮਤ ਹੈ। 1604 ਵਿੱਚ ਸਥਾਪਿਤ ਆਦਿ ਗ੍ਰੰਥ ਨੂੰ ਗੁਰੂ ਦੀ ਉਪਾਧੀ ਪ੍ਰਾਪਤ ਨਹੀਂ ਸੀ, ਜੋ ਬਾਅਦ ਵਿੱਚ 1708 ਵਿੱਚ ਮਿਲੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 9ਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਦਿ ਗ੍ਰੰਥ ਵਿੱਚ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰਗੱਦੀ ਸੌਂਪੀ, ਜੋ ਜੁਗੋ ਜੁਗ ਅਟਲ ਹੈ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀਤੇ। ਅੱਜ ਦਾ ਇਹ ਐਪੀਸੋਡ ਆਪ ਜੀ ਨੂੰ ਕਿਹੋ ਜਿਹਾ ਲੱਗਾ? ਵਿਚਾਰ, ਸੁਝਾਅ ਅਤੇ ਆਲੋਚਨਾਵਾਂ ਦਾ ਇੰਤਜ਼ਾਰ ਰਹੇਗਾ। ਇੱਕ ਲਾਈਕ ਤੇ ਸਬਸਕ੍ਰਾਈਬ ਦੀ ਕਾਮਨਾ ਕੀਤੀ ਜਾਂਦੀ ਹੈ।